अस्सलाम वालेकुम वरहमतुल्लाहि वबरकातुहू। नाज़रीन, करगिस्तान ਦੇ ਵਿੱਚ ਪਾਕਿਸਤਾਨੀ ਤਲਬਾ ਦੇ ਨਾਲ ਜਿਹੜੇ ਵਾਕਿਆਤ ਪੇਸ਼ ਆਏ, ਜੋ ਹੋਇਆ, ਉਹ ਤੇ ਲਾਜ਼ਮੀ ਤੁਸੀਂ ਮੀਡੀਆ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਉਹਦੇ ਜ਼ਰੀਏ ਤੁਹਾਨੂੰ ਪਤਾ ਚੱਲ ਗਿਆ ਹੋਣਾ। ਨਵੇਂ ਇਨਕਸ਼ਾਫਾਤ ਜਿਹੜੇ ਹੋਏ ਨੇ ਉਹਦੇ ਵਿੱਚ ਜਨਾਬ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇੰਤਹਾਈ हैरानकुन इंकशाफात कि ये जिहड़े मैडिकल कॉलेजिस सन करगिस्तान दे, ये ब्लैक लिस्टड सन, जिन्हां दे विच पाकिस्तानी तलबा नूं भेजिया गया सिर्फ कमीशन और पैसे की खातर, जिन्हां नूं कि जिथे ਜਿਹੜੇ ਮੈਡੀਕਲ ਕਾਲਜਾਂ ਦੇ ਵਿੱਚ ਬਿਲਕੁਲ ਕਿਸੇ ਕਿਸਮ ਦੀਆਂ ਸਹੂਲਤਾਂ ਨਹੀਂ ਸਨ, ਜਿਹੜੇ ਕਿ ਅਨਰਜਿਸਟਰਡ ਔਰ ਬਲੈਕ ਲਿਸਟਡ ਮੈਡੀਕਲ ਕਾਲਜਸ ਸਨ, ਉਹਨਾਂ ਨੂੰ ਅਪਰੂਵ ਕੀਤਾ ਗਿਆ, ਉਹਨਾਂ ਨੂੰ ਰਜਿਸਟਰਡ ਕੀਤਾ ਗਿਆ ਔਰ ਫਿਰ ਇੱਕ ਮਾਫੀਆ ਨੇ ਇਹ ਸਾਰਾ ਕੰਮ ਜਿਹੜਾ ਹੈ ਕੀਤਾ, ਜਿਨ੍ਹਾਂ ਨੂੰ ਅਸੀਂ ਐਜੂਕੇਸ਼ਨ ਕੰਸਲਟੈਂਟ ਆਨੇ ਆ, ਉਹਨਾਂ ਦੇ ਥਰੂ। ਔਰ ਉਹਦੇ ਵਿੱਚ ਬਹੁਤ ਸਾਰੇ ਨਾਮੀ ਗ੍ਰਾਮੀ ਹਸਤੀਆਂ, ਜਿਸ ਤਰ੍ਹਾਂ ਕਿ HEC ਦੇ ਚੇਅਰਮੈਨ ਜਨਾਬ ਡਾਕਟਰ ਮੁਖਤਾਰ ਸਾਹਿਬ, ਜਿਹੜੇ ਨੇ ਉਹ ਸਰੇ ਫਹਿਰਿਸਤ ਨੇ, ਮਰਕਜ਼ੀ ਕਿਰਦਾਰ ਨੇ ਇਸ ਚੀਜ਼ ਦਾ। ਇਹ ਡਾਕਟਰ ਮੁਖਤਾਰ ਸਾਹਿਬ ਉਹ ਹੀ ਹਸਤੀ ਨੇ ਕਿ ਜਿਨ੍ਹਾਂ ਤੇ ਜਾਲਸਾਜ਼ੀ ਦਾ ਜਨਾਬ ਇਲਜ਼ਾਮ ਸੀ, ਔਰ ਇਹਨਾਂ ਨੂੰ ਮੀਆਂ ਸ਼ਬਾਜ਼ ਸ਼ਰੀਫ ਦੇ ਸਾਬਕਾ ਦੌਰ ਦੇ ਵਿੱਚ HSC ਦਾ ਚੇਅਰਮੈਨ ਨਾਮਜ਼ਦ ਕਰ ਦਿੱਤਾ ਗਿਆ, ਇਸ ਦੇ ਬਾਵਜੂਦ ਕਿ ਉਹਨਾਂ ਤੇ ਜਾਲਸਾਜ਼ੀ ਦੇ ਇਲਜ਼ਾਮਾਤ ਸਨ। ਔਰ ਇਹ ਅਲਮੀਆ ਹੈ ਮੇਰੇ ਮੁਲਕ ਦਾ ਕਿ ਇੱਥੇ ਇਦਾਰੇ ਦਾ ਹੈਡ, ਜਿਸ ਤਰ੍ਹਾਂ ਕਿ ਐਂਟੀ ਕਰਪਸ਼ਨ ਦਾ ਹੈਡ ਉਸ ਬੰਦੇ ਨੂੰ ਲਾਇਆ ਜਾਂਦਾ ਜਿਹਦੇ ਤੇ ਕਰਪਸ਼ਨ ਦੇ ਸਭ ਤੋਂ ਜ਼ਿਆਦਾ ਇਲਜ਼ਾਮਾਤ ਹੋਣ। ਉਹਦੀ ਵਜ੍ਹਾ ਕੀ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੇ 2 ਨੰਬਰ ਆਦਮੀ, ਕਰਪਟ ਆਦਮੀ ਜਿਹੜੇ ਨੇ, ਉਹਨਾਂ ਨੂੰ ਇਸ ਤਰ੍ਹਾਂ ਦੇ ਅਹੁਦੇ ਦਿੱਤੇ ਜਾਂਦੇ ਨੇ, ਤੇ ਉਹਨਾਂ ਨਾਲ ਇੱਕ ਕਮਿਟਮੈਂਟ ਹੁੰਦੀ ਹੈ ਜਾਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਨੂੰ ਇਹ ਸੀਟ ਜਿਹੜੀ ਹੈ ਇਹ ਦਿੱਤੀ ਜਾ ਰਹੀ ਹੈ, ਇਹਦੇ ਬਦਲੇ ਕੁਝ ਰਿਕੁਆਇਰਮੈਂਟਸ ਨੇ ਸਾਨੂੰ ਇੱਥੇ ਬਿਠਾਉਣ ਵਾਲੇ ਦੀਆਂ, ਔਰ ਅਸਾਂ ਉਹ ਪੂਰੀਆਂ ਕਰਨੀਆਂ ਨੇ। ਫਿਰ ਉਹ ਉਸ ਸੀਟ ਤੇ ਬਹਿ ਕੇ ਤੇ ਉਹਨਾਂ ਦੇ ਹਰ ਤਰ੍ਹਾਂ ਦੇ ਜਾਇਜ਼ ਔਰ ਨਾਜਾਇਜ਼ ਕੰਮ ਜਿਹੜੇ ਨੇ ਉਹ ਕਰਦੇ ਨੇ। ਇਹ ਕਰਗਿਸਤਾਨ ਵਿੱਚ ਜਿਹੜੇ ਤਲਬਾ ਭੇਜੇ ਗਏ ਜਨਾਬ, ਇਹ ਪ੍ਰਿੰਟ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਤੁਸੀਂ ਵਾਇਰਲ ਹੋਈ ਦੇਖੀ ਹੋਣੀ ਹੈ ਕਿ ਜਿਹਦੇ ਵਿੱਚ ਜਨਾਬ ਡਿਪਟੀ ਵਜ਼ੀਰ ਖਾਰਜਾ ਕਰਗਿਸਤਾਨ ਔਰ HSC ਦੇ ਚੇਅਰਮੈਨ ਡਾਕਟਰ ਮੁਖਤਾਰ ਸਾਹਿਬ ਮੁਲਾਕਾਤ ਫਰਮਾ ਰਹੇ ਨੇ ਜਨਾਬ। ਇਹ ਤਸਵੀਰ ਹੈ ਅਗਸਤ 2022 ਸ਼ਬਾਜ਼ ਸ਼ਰੀਫ ਦੇ ਸਾਬਕਾ ਦੌਰੇ ਹਕੂਮਤ ਵਿੱਚ, ਔਰ ਉਸ ਮੁਲਾਕਾਤ ਦੇ ਵਿੱਚ ਜਨਾਬ ਜਿਹੜਾ ਹੈ ਉਹ ਇਹ ਸਾਰੇ ਮਾਮਲਾਤ ਜਿਹੜੇ ਨੇ ਇਹ ਤੈਅ ਹੋਏ। ਔਰ ਇਮਰਾਨ ਨਜ਼ੀਰ ਨਾਮੀ ਇੱਕ ਐਜੂਕੇਸ਼ਨ ਕੰਸਲਟੈਂਟ ਸੀ, ਉਹਨੇ ਇਹ ਜਨਾਬ ਸਾਰਾ ਜਿਹੜਾ ਹੈ ਮਾਮਲਾ ਉਹ ਤੈਅ ਕਰਵਾਇਆ, ਔਰ ਪਾਕਿਸਤਾਨ ਦੇ ਮੁਖਤਲਿਫ ਮੈਡੀਕਲ ਅਦਾਰਿਆਂ ਦੇ ਵਿੱਚੋਂ ਤਲਬਾ ਜਿਹੜੇ ਨੇ ਉਹਨਾਂ ਨੂੰ ਲਿਆ ਗਿਆ, ਲੱਖਾਂ ਰੁਪਈਆ ਉਹਨਾਂ ਕੋਲੋਂ ਕਮਿਸ਼ਨ ਦੀ ਮਦ ਵਿੱਚ ਵਸੂਲ ਕੀਤਾ ਗਿਆ, ਔਰ ਜਿਹੜੇ ਉਹ ਬਲੈਕ ਲਿਸਟਡ ਕਰਗਿਸਤਾਨ ਦੇ ਮੈਡੀਕਲ ਕਾਲਜਸ ਸਨ ਉਹਨਾਂ ਨੂੰ ਰਜਿਸਟਰਡ ਕਰਕੇ ਤੇ ਉੱਥੇ ਇਹਨਾਂ ਤਲਬਾਂ ਨੂੰ ਭੇਜਿਆ ਗਿਆ। ਇਹਦੇ ਵਿੱਚ ਪਾਕਿਸਤਾਨ ਮੈਡੀਕਲ ਕਮਿਸ਼ਨ ਦੇ ਜਨਾਬ ਸਾਬਕਾ ਸਦਰ ਅਰਸ਼ਦ ਤਕੀ ਔਰ ਨਾਇਬ ਸਦਰ ਅਲੀ ਰਜ਼ਾ ਸਾਹਿਬ, ਇਹ ਵੀ ਬਰਾਬਰ ਦੇ ਹਿੱਸੇਦਾਰ ਸਨ। ਔਰ ਹੋਰ ਹਿੱਸਾ ਕਿਹੜੇ ਕਿਹੜੇ ਥਾਵਾਂ ਤੇ ਗਿਆ ਹੋਣਾ ਉਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਕਿ ਇਹਨਾਂ ਸਾਹਿਬਾਨ ਨੂੰ ਜਿਨ੍ਹਾਂ ਇਹਨਾਂ ਅਹੁਦਿਆਂ ਤੇ ਬਿਠਾਇਆ, ਔਰ ਫਿਰ ਇਹਨਾਂ ਇਹ ਜਿਹੜੀ ਮਨਜ਼ੂਰੀ ਦਵਾਈ ਗਈ
ਇਹ ਜਿਹੜੇ ਬਲੈਕ ਲਿਸਟਡ ਮੈਡੀਕਲ ਕਾਲਜਿਸ ਸਨ, ਇਹਨਾਂ ਨੇ ਗੌਰਮੈਂਟ ਨੇ ਬਾਕਾਇਦਾ ਇਹਨਾਂ ਦੀ ਮਨਜ਼ੂਰੀ ਦਿੱਤੀ, ਔਰ ਜ਼ਾਹਿਰ ਹੈ ਉਹਦੀ ਨਾਲ ਮਨਜ਼ੂਰੀ ਦਿੱਤੀ, ਹਿੱਸੇ ਉੱਥੇ ਵੀ ਗਏ। ਕਿਸ ਤਰ੍ਹਾਂ ਇਸ ਮੁਲਕ ਦੇ ਮੁਸਤਕਬਲ ਦੇ ਨਾਲ ਜਿਹੜਾ ਹੈ, ਇਹ ਨੌਜਵਾਨ ਜਿਹੜੇ ਇਸ ਮੁਲਕ ਦਾ ਮੁਸਤਕਬਲ ਨੇ, ਉਹਨਾਂ ਦੇ ਮੁਸਤਕਬਲ ਨਾਲ, ਉਹਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡਿਆ ਜਾ ਰਿਹਾ, ਔਰ ਕੈਸੇ ਬੇਹਿੱਸ ਲੋਕ ਨੇ ਕਿ ਕਿਸੇ ਜਗ੍ਹਾ ਤੇ ਵੀ ਇਹ ਮਾਫੀ ਨਹੀਂ ਦਿੰਦੇ। ਪੈਸਾ ਕਮਾਉਣ ਦਾ ਕੋਈ ਵੀ ਮੌਕਾ ਇਹ ਹੱਥੋਂ ਜ਼ਾਇਆ ਨਹੀਂ ਜਾਣ ਦਿੰਦੇ। ਔਰ ਸਾਡਾ ਮੀਡੀਆ ਵਗੈਰਾ, ਉਹਨਾਂ ਦੀਆਂ ਵੀ ਅੱਖਾਂ ਉਦੋਂ ਖੁੱਲ੍ਹਦੀਆਂ ਨੇ ਜਨਾਬ ਜਦੋਂ ਕੋਈ ਨਾਖੁਸ਼ਗਵਾਰ ਵਾਕਿਆ ਹੋ ਜਾਂਦਾ ਹੈ। ਮਿਸਾਲ ਦੇ ਤੌਰ ਤੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਸਿਲੰਡਰ ਦੀ ਰੀਫਿਲਿੰਗ ਹੋ ਰਹੀ ਹੁੰਦੀ ਹੈ, ਹੁਣ ਵੀ ਹੋ ਰਹੀ। ਖੁਦਾ ਨਖਾਸਤਾ ਜਦੋਂ ਉੱਥੇ ਕੋਈ ਬਲਾਸਟ ਹੁੰਦਾ ਹੈ, ਉਦੋਂ ਜਨਾਬ ਹਰ ਪਾਸੇ ਦੌੜਾਂ ਲੱਗ ਜਾਂਦੀਆਂ ਨੇ, ਆਪਰੇਸ਼ਨ ਸ਼ੁਰੂ ਹੋ ਜਾਂਦੇ ਨੇ ਜਨਾਬ ਕਿ ਦੇਖੋ ਜੀ ਕਿਹੜੀ ਜਗ੍ਹਾ ਤੇ ਇਹ ਸਿਲੰਡਰਾਂ ਦੀ ਰੀਫਿਲਿੰਗ ਹੋ ਰਹੀ ਹੈ। ਜਦੋਂ ਕੋਈ 100-200 ਬੰਦਾ ਮਰ ਜਾਂਦਾ ਹੈ ਨਾ ਜੀ, ਉਦੋਂ ਫਿਰ ਹੋਸ਼ ਆ ਜਾਂਦੀ ਹੈ ਸਾਡੇ ਅਦਾਰਿਆਂ ਨੂੰ ਵੀ ਤੇ ਸਾਡੀ ਮੀਡੀਆ ਨੂੰ ਵੀ। ਤੇ ਉਦੋਂ ਫਿਰ ਕੋਈ 2-4 ਦਿਨ 10 ਦਿਨ ਇਹ ਮੁਹਿੰਮ ਚੱਲਦੀ ਹੈ। ਉਸ ਤੋਂ ਬਾਅਦ ਫਿਰ ਅੱਲਾ ਦੀ ਸਪੁਰਦ। ਮੋਟਰਵੇ ਤੇ ਪੁਰਾਣੇ ਟਾਇਰ ਜਾਂ ਪੁਰਾਣੀ ਗੱਡੀ ਨੂੰ ਕੋਈ ਹਾਦਸਾ ਪੇਸ਼ ਆ ਜਾਏ ਤੇ 4 ਦਿਨ ਜਨਾਬ ਮੋਟਰਵੇ ਪੁਲਿਸ ਜਿਹੜੀ ਹੈ ਟੂਲ ਪਲਾਜ਼ਿਆਂ ਤੇ ਹਰ ਗੱਡੀ ਦੀ ਚੈਕਿੰਗ ਕਰਦੀ ਹੈ, ਉਹਦੇ ਟਾਇਰਾਂ ਦੀ ਚੈਕਿੰਗ ਕਰਦੀ ਹੈ। ਉਸ ਤੋਂ ਬਾਅਦ ਫਿਰ ਉਹਨੂੰ ਜਾਣ ਦੀ ਇਜਾਜ਼ਤ ਹੁੰਦੀ ਹੈ। ਜਦੋਂ ਕੋਈ 200-400 ਬੰਦਾ ਕਿਸੇ ਹਾਦਸੇ ਦੇ ਵਿੱਚ ਮਰ ਜੇ, ਉਦੋਂ ਫਿਰ 4 ਦਿਨ ਇਸ ਚੀਜ਼ ਦੀ ਸਖਤੀ ਹੁੰਦੀ, ਔਰ ਫਿਰ 10-15 ਦਿਨ ਬਾਅਦ ਅਸੀਂ ਭੁੱਲ ਜਾਂਦੇ ਹਾਂ। ਸਾਡੀ ਕੌਮ ਸਖੀ ਦੇ ਲਈ, ਜਾਂ ਕਹਿ ਲਓ ਕਿ ਉਹਨਾਂ ਦੇ ਯਾਦਦਾਸ਼ਤ ਕਮਜ਼ੋਰ ਹੈ, ਅਸੀਂ ਬਹੁਤ ਜਲਦੀ ਭੁੱਲ ਜਾਂਦੇ ਹਾਂ। ਬੜੇ ਵੱਡੇ ਸਾਨੇ ਹੋਏ ਤੁਹਾਨੂੰ ਯਾਦ ਵੀ ਨਹੀਂ। ਹਾਲ ਹੀ ਦੇ ਵਿੱਚ ਬਹਾਵਲਪੁਰ ਯੂਨੀਵਰਸਿਟੀ ਦੇ ਵਿੱਚ ਜਿਹੜਾ ਵਾਕਿਆ ਹੋਇਆ, ਕੀ ਹੋਇਆ? ਕੁਛ ਵੀ ਭੁੱਲ ਗਏ। ਵਜ੍ਹਾ ਜਨਾਬ ਉਹਦੇ ਵਿੱਚ ਵੱਡੇ ਮਗਰਮੱਛ ਮੁਲੱਵਸ ਸਨ, ਵੱਡੀਆਂ ਸ਼ਖਸੀਅਤ ਮੁਲੱਵਸ ਸਨ। ਠੀਕ, ਉਹਦਾ ਕੀ ਬਣਨਾ ਸੀ? ਕੁਛ ਵੀ ਨਹੀਂ ਸੀ ਬਣਨਾ। ਇਸੇ ਤਰ੍ਹਾਂ ਜਿਹੜਾ ਬੰਦਾ ਜਿਹੜੀ ਸੀਟ ਤੇ ਬੈਠਾ ਹੈ, ਸਿਰਫ ਆਪਣਾ ਤੇ ਆਪਣੀ ਬਾਲ ਬੱਚਾ ਜਿਹੜਾ ਉਹਦਾ ਸੋਚਦਾ ਹੈ। ਕਿਸੇ ਦੇ ਬੱਚੇ, ਉਹਨਾਂ ਦੀਆਂ ਜ਼ਿੰਦਗੀਆਂ ਨਾਲ ਖੇਡਣਾ, ਉਹਨਾਂ ਦੇ ਮੁਸਤਕਬਲ ਨਾਲ ਖੇਡਣਾ, ਕੋਈ ਉਹਦੇ 'ਚ ਪ੍ਰੋਬਲਮ ਨਹੀਂ, ਕੋਈ ਮਸਲਾ ਨਹੀਂ। ਬੇਹਿੱਸ ਹੋ ਗਏ ਅਸੀਂ। ਬਹਸੀਅਤ ਕੌਮ ਤੇ ਅਸੀਂ ਰਹਿ ਨਹੀਂ ਗਏ, ਹਜੂਮ ਹੈ। ਅਸੀਂ ਉਹ ਕੰਮ ਕਰ ਗੁਜ਼ਰਨੇ ਆ ਕਿ ਜਿਹੜੇ ਕੁਫਾਰ ਨੇ ਨਾ ਜੀ, ਉਹ ਸੋਚ ਕੇ ਵੀ ਕੰਮ ਜਾਣ। ਅਸੀਂ ਆਪਣੇ ਫਾਇਦੇ ਲਈ ਐਸੇ ਘਿਨਾਉਣੇ ਕੰਮ ਜਿਹੜੇ ਨੇ ਉਹ ਕਰ ਜਾਂਦੇ ਆ ਕਿ ਜਿਹੜਾ ਕੁਫਾਰ ਲੋਕ, ਜਿਹੜੇ ਕਿ ਇਸਲਾਮ ਨਾਲ ਉਹਨਾਂ ਦਾ ਤਲਕ ਕੋਈ ਨਹੀਂ, ਜਿਹੜੇ ਕਿ ਅੱਲਾ ਦੇ ਨਬੀ ਸੱਲੱਲਾਹੁ ਅਲੈहि ਵਸੱਲਮ ਦਾ ਕਲਮਾ ਨਹੀਂ ਪੜ੍ਹਦੇ, ਉਹਨਾਂ ਦੀ ਤਾਲੀਮਾਤ ਜਿਹੜਾ ਹੈ ਉਹਨਾਂ ਨਹੀਂ ਪੜ੍ਹੀਆਂ, ਲੇਕਿਨ ਉਹਨਾਂ 'ਚ ਇਨਸਾਨੀਅਤ ਦਾ ਸਬਕ ਪੜ੍ਹਿਆ। ਐਸੇ ਕੰਮ ਅਸੀਂ ਕਰਨੇ ਹਾਂ ਜਦੋਂ ਉਹ ਸੁਣਦੇ ਨੇ, ਸੁਣ ਕੇ ਹੈਰਾਨ ਹੋ ਜਾਂਦੇ ਕਿ ਇੱਕ ਇਨਸਾਨ ਜਿਹੜਾ ਹੈ ਉਹ ਇਸ ਹੱਦ ਤੱਕ ਗਿਰ ਸਕਦਾ ਹੈ। ਹਰ ਲੈਵਲ ਤੇ ਇਹ ਚੀਜ਼ ਜਿਹੜੀ ਹੋ ਰਹੀ ਹੈ। ਜਿਨ੍ਹਾਂ ਦੇ ਹੱਥ 'ਚ ਕਲਮ ਹੈ, ਜਿਨ੍ਹਾਂ ਦੇ ਹੱਥ 'ਚ ਪਾਵਰ ਹੈ, ਉਹਨਾਂ ਦੀ ਤਾਂ ਗੱਲ ਹੀ ਛੱਡ ਦਿਓ ਜੀ। ਅਸੀਂ ਖੁਦ ਛੋਟੇ ਲੈਵਲ ਤੇ ਇਨਸਾਨੀਅਤ ਦੇ ਮਿਆਰ ਤੋਂ ਬਹੁਤ ਥੱਲੇ ਆ ਗਏ। ਖੁਦਾ ਆਪਣੇ ਔਰ ਆਪਣੇ ਆਉਣ ਵਾਲੀਆਂ ਨਸਲਾਂ ਤੇ ਤਰਸ ਖਾ, ਆਪਣੇ ਗਿਰੇਬਾਨ ਦੇ ਵਿੱਚ ਝਾਤੀ ਮਾਰੋ। ਪਹਿਲਾਂ ਆਪਣੇ ਆਪ ਨੂੰ ਠੀਕ ਕਰੋ, ਫਿਰ ਆਪਣੇ ਆਸੇ ਪਾਸੇ ਆਪਣੇ ਮੁਆਸ਼ਰੇ ਨੂੰ ਠੀਕ ਕਰਨ ਦੀ ਜਿੰਨੀ ਕੋਸ਼ਿਸ਼ ਹੋ ਸਕਦੀ ਉਹ ਕਰੋ। ਅੱਲਾਹ ਤਾਲਾ ਮੇਰਾ ਤੁਹਾਡਾ
ਔਰ ਮੇਰੇ ਪਿਆਰੇ ਪਾਕਿਸਤਾਨ ਦਾ ਹਾਮੀ ਔਰ ਨਸਰ ਹੋਵੇ। ਅੱਲਾ ਹਾਫਿਜ਼।